ਵਾਹਿਗੁਰੂ ਜੀ। ਸ਼ਲੋਕ ਮਹੱਲਾ ਚੌਥਾ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ, ਜੇਤੇ ਕਰਮ ਕਮਾਹੇ। ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹੀ, ਮਰ ਜੰਮਹਿ ਆਵਹਿ ਜਾਹੇ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੈ ਮਨ ਆਏ। ਨਾਨਕ ਬਿਨ ਸਤਿਗੁਰ ਸੇਵੇ ਜੰਪੁਰ ਬੱਧੇ ਮਾਰੀਐ, ਮੂੰਹ ਕਾਲਾ ਉੱਠ ਜਾਹੇ। ਮਹੱਲਾ ਤੀਜਾ। ਇਕ ਸਤਿਗੁਰ ਕੀ ਸੇਵਾ ਕਰੈ ਚਾਕਰੀ, ਹਰ ਨਾਮੇ ਲੱਗੈ ਪਿਆਰ। ਨਾਨਕ ਜਨਮ ਸਵਾਰਨ ਆਪਣਾ, ਕੁਲ ਕਾ ਕਰਨ ਉਦਾਰ। ਪੌੜੀ। ਆਪੇ ਚਾਟ ਸਾਲ ਆਪ ਹੈ ਪਾਦਾ, ਆਪੇ ਚਾਟੜੇ ਪੜਨ ਕਉ ਆਣੇ। ਆਪੇ ਪਿਤਾ ਮਾਤਾ ਹੈ ਆਪੇ, ਆਪੇ ਬਾਲਕ ਕਰੇ ਸਿਆਣੇ। ਇਕ ਥੈ ਪੜ ਬੁੱਝੈ ਸਭ ਆਪੇ, ਇਕ ਥੈ ਆਪੇ ਕਰੇ ਆਉਣੇ। ਇਕ ਨਾ ਅੰਦਰ ਮਹਿਲ ਬੁਲਾਏ, ਜਾਂ ਆਪ ਤੇਰਾ ਮਨ ਸੱਚੇ ਭਾਣੇ। ਜਿਨਾ ਆਪੇ ਗੁਰਮੁਖ ਦੇ ਵਡਿਆਈ, ਸੇ ਜਨ ਸੱਚੀ ਦਰਗਹਿ ਜਾਣੇ। ਜਿਨਾ ਆਪੇ ਗੁਰਮੁਖ ਦੇ ਵਡਿਆਈ, ਸੇ ਜਨ ਸੱਚੀ ਦਰਗਹਿ ਜਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ। ਸਤਿਗੁਰੂ ਜੀ ਦੀ ਮਿਹਰ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸਮਾਂ ਮਿਲਿਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ, ਅਤੇ ਅੰਮ੍ਰਿਤਮਈ ਬਾਣੀ ਦੀ ਅਮਰ ਕਥਾ ਜੋ ਕਿ ਹਰ ਰੋਜ਼ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰਦੇ ਹਾਂ। ਸਾਹਿਬਾਂ ਨੇ ਇਹ ਵਡਭਾਗਾ ਸਮਾਂ ਬਖਸ਼ਿਆ ਹੈ। ਸੋ ਇਹ ਬਿਹਾਗੜੇ ਦੀ ਵਾਰ ਦਾ 11ਵਾਂ ਸ਼ਬਦ ਹੈ। ਸੋ ਇਸ ਵਿੱਚ 2 ਸ਼ਲੋਕ ਅਤੇ 1 ਪੌੜੀ ਹੈ। ਇੱਕ ਸ਼ਲੋਕ ਗੁਰੂ ਰਾਮਦਾਸ ਜੀ ਦਾ, ਦੂਸਰਾ ਸ਼ਲੋਕ ਗੁਰੂ ਅਮਰਦਾਸ ਜੀ ਦਾ ਹੈ, ਅਤੇ ਪੌੜੀ ਵੀ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੈ। 552 ਤੋਂ ਇਹ ਸ਼ਬਦ ਸ਼ੁਰੂ ਹੋ ਕੇ 553 ਅੰਕ 'ਤੇ ਸੰਪੂਰਨ ਹੁੰਦਾ ਹੈ। ਮਹਾਰਾਜ ਜੀ ਕੀ ਕਿਰਪਾ ਕਰਦੇ ਨੇ, ਆਓ ਸਮਝੀਏ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ, ਜੇਤੇ ਕਰਮ ਕਮਾਹੇ। ਗੁਰੂ ਦੀ ਸੇਵਾ ਤੋਂ ਬਿਨਾਂ ਹੋਰ ਜਿੰਨੇ ਵੀ ਕੰਮ ਕਾਰ ਕਰਦਾ ਹੈ, ਇਹ ਜੀ ਕੇ ਬੰਧਨ ਨੇ ਸਾਰੇ। ਸੋ ਪਰਿਵਾਰ ਦੇ ਦੁਆਲੇ ਕਿੰਨੇ ਕਿੰਨੇ ਘੰਟੇ ਨੇ ਕੰਮ ਕਰਨਾ, ਪਰਿਵਾਰ ਦੀ ਖੁਸ਼ੀ ਵਾਸਤੇ, ਇਹ ਜੀ ਕੇ ਬੰਧਨ ਨੇ। ਕੋਈ ਭਰਾ ਭਰਾ, ਭੈਣ ਭਾਈ, ਮਾਤਾ ਪਿਤਾ, ਪਤੀ ਪਤਨੀ, ਜੀ ਕੇ ਬੰਧਨ ਨੇ। ਸੋ ਜੀ ਕੇ ਬੰਧਨ ਵਾਸਤੇ ਤਾਂ ਬੜੇ ਕੰਮ ਕਰਦਾ ਹੈ, ਆਪਣੇ ਵਾਸਤੇ, ਪਰਿਵਾਰ ਵਾਸਤੇ, ਅਤੇ ਕਈ ਕਈ ਘੰਟੇ ਕੰਮ ਕਰਦਾ ਹੈ। ਅਤੇ ਗੁਰੂ ਦੀ ਸੇਵਾ ਜਿਹੜੀ ਹੈ, ਸੋ ਉਹਦੇ ਵਾਸਤੇ ਇਹਦੇ ਕੋਲ ਸਮਾਂ ਨਹੀਂ ਹੈ। ਅਤੇ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਵੀ ਜੇ ਤੂੰ ਗੁਰੂ ਦੀ ਸੇਵਾ ਨਹੀਂ ਕਰਦਾ ਹੈ, ਅਤੇ ਬਾਕੀ ਹੋਰ ਸਾਰੇ ਕੰਮ ਕਰਦਾ, ਪਰਿਵਾਰਕ ਕੰਮ ਕਰੀ ਜਾਂਦਾ, ਉਹਨਾਂ 'ਚ ਕਦੀ ਨਾਗਾ ਨਹੀਂ ਪੈਣ ਦਿੰਦਾ। ਸੋ ਇਹ ਸਮਝ ਲਾ ਤੂੰ ਆਪਣੇ ਆਪ ਨੂੰ
ਬੰਨੀ ਜਾ ਰਿਹਾ, ਤੂੰ ਆਪਣੇ ਆਪ ਨੂੰ ਬੰਨੀ ਜਾ ਰਿਹਾ। ਸੇਵਾ ਨੇ ਤੇਰੀ ਬੰਦ ਖਲਾਸੀ ਕਰਾਉਣੀ ਸੀ, ਸੇਵਾ ਤੂੰ ਕੀਤੀ ਕੋਈ ਨਹੀਂ। ਕਹਿੰਦੇ ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹੀ, ਮਰ ਜੰਮੈ ਆਵੇ ਜਾਏ। ਗੁਰੂ ਦੀ ਸੇਵਾ ਤੋਂ ਬਿਨਾਂ ਟਿਕਾਣਾ ਨਹੀਂ ਮਿਲਣਾ। ਗੁਰੂ ਦੀ ਸੇਵਾ ਤੋਂ ਬਿਨਾਂ ਠਵਰ, ਆਸਰਾ, ਟਿਕਾਣਾ ਨਹੀਂ ਪ੍ਰਾਪਤ ਹੋਵੇਗਾ। ਤੇਰੀ ਆਈ ਚਲਾਈ ਚੱਲਦੀ ਰਹਿਣੀ ਹੈ। ਕਦੀ ਜੰਮ ਪਿਆ, ਕਦੀ ਮਰ ਗਿਆ। 84 ਦਾ ਗੇੜ ਮਾਨਸ ਦੀ ਹੀ ਮਿਲੀ ਸੀ ਵੀ ਤੂੰ ਹੁਣ ਆਪਣਾ ਆਉਣਾ ਜਾਣਾ ਖਤਮ ਕਰ ਸਕਦਾ ਸੀਗਾ। ਸਤਿਗੁਰੂ ਦੀ ਸੇਵਾ ਕੀਤੀ ਨਹੀਂ। ਬਾਕੀ ਜਿਹੜੇ ਜੀ ਕੇ ਬੰਧਨ ਵਾਲੀ ਸੇਵਾ ਸੀ, ਪਰਿਵਾਰਕ ਕੰਮ, ਰਿਸ਼ਤੇਦਾਰਾਂ ਦੇ ਕੰਮ, ਧਨ ਜੋੜਨ ਵਾਸਤੇ ਕੀਤੇ ਹੋਏ ਕੰਮ, ਇਹ ਸਾਰੇ ਜੀ ਕੇ ਬੰਧਨ ਬਣ ਗਿਆ। ਖਲਾਸੀ ਕਿੱਥੋਂ ਹੋਣੀ ਸੀ? ਖਲਾਸੀ ਤਾਂ ਗੁਰੂ ਦੀ ਸੇਵਾ ਦੇ ਨਾਲ ਹੋਣੀ ਸੀ, ਉਹ ਤੂੰ ਕੀਤੀ ਨਹੀਂ ਹੈ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੈ ਮਨ ਆਏ। ਸਤਿਗੁਰੂ ਜੀ ਦੀ ਸੇਵਾ ਤੋਂ ਬਿਨਾਂ ਮਿੱਠਾ ਬੋਲ ਨਹੀਂ ਬੋਲਿਆ ਜਾ ਸਕਦਾ। ਜਿਹੜੀ ਬਚਨਾਂ 'ਚ ਮਿਠਾਸ ਆਉਂਦੀ ਹੈ ਨਾ, ਉਹ ਸੇਵਾ ਦੇ ਨਾਲ ਆਉਂਦੀ ਹੈ। ਮਿਠਾਸ ਕਿੱਦਾਂ ਆ ਜਾਂਦੀ? ਕਿਉਂਕਿ ਜਦੋਂ ਆਪਾਂ ਸੇਵਾ ਕਰਦੇ ਹੰਕਾਰ ਮਰ ਜਾਂਦਾ। ਜਿਹੜਾ ਸਾਡਾ ਹੰਕਾਰ ਹੈ, ਇਹ ਸਾਡੀ ਜ਼ੁਬਾਨ ਵਿੱਚ ਕੁੜੱਤਣ ਪੈਦਾ ਕਰਦਾ। ਹੁਣ ਜਦੋਂ ਬੰਦਾ ਸੇਵਾ ਕਰਦਾ, ਨੀਵਾਂ ਹੋ ਕੇ ਕਰਦਾ, ਦਾਸ ਬਣ ਕੇ ਕਰਦਾ, ਉਦੋਂ ਹੰਕਾਰ ਮਰ ਜਾਂਦਾ। ਅਤੇ ਉਹ ਹੰਕਾਰ ਮਰਿਆ ਅਤੇ ਇਹਦੇ ਮੂੰਹ 'ਚ, ਇਹਦੀ ਜ਼ੁਬਾਨ 'ਚ ਮਿਠਾਸ ਆ ਗਈ। ਸਤਿਗੁਰੂ ਜੀ ਦੀ ਸੇਵਾ ਤੋਂ ਬਿਨਾਂ ਇਹਦੀ ਬੋਲ ਬਾਣੀ ਫਿੱਕੀ ਹੁੰਦੀ ਹੈ। ਜੇ ਬੋਲ ਬਾਣੀ ਫਿੱਕੀ ਹੈ ਤਾਂ ਨਾਮ ਨਹੀਂ ਮਨ ਵਿੱਚ ਵਸ ਸਕਦਾ। ਕਿਉਂਕਿ ਸਤਿਗੁਰੂ ਜੀ ਮਿੱਠਾ ਬੋਲਦੇ ਨੇ। ਜਿਹੜਾ ਮਿੱਠਾ ਬੋਲਦਾ ਉਹਦੇ ਮਨ ਵਿੱਚ ਹੀ ਨਾਮ ਵਸਣਾ। ਜਿਹੜਾ ਫਿੱਕਾ ਬੋਲਦਾ ਹੈ ਉਹਦੇ ਅੰਦਰ ਨਾਮ ਨਹੀਂ ਵਸ ਸਕਦਾ। ਪਾਤਸ਼ਾਹ ਨਾਨਕ ਬਿਨ ਸਤਿਗੁਰ ਸੇਵੇ, ਜੰਪੁਰ ਬੱਧੇ ਮਾਰੀਐ, ਮੋਹ ਕਾਲੈ ਉੱਠ ਜਾਹੇ। ਜੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ, ਫਿਰ ਕੀ ਹੈ? ਜੰਮ ਜਿਹੜੇ ਨੇ ਫੜ ਕੇ ਲੈਂਦੇ ਆ, ਲੈ ਜਾਂਦੇ ਆ, ਬੰਨ੍ਹ ਕੇ ਲੈ ਕੇ ਜਾਂਦੇ ਹੈ, ਕੁੱਟਦੇ ਮਾਰਦੇ ਲੈ ਕੇ ਜਾਂਦੇ ਹੈ। ਮੂੰਹ ਕਾਲਾ ਉੱਠ ਜਾਏ, ਇਹ ਕਾਲਾ ਮੂੰਹ ਲੈ ਕੇ ਇੱਥੋਂ ਉੱਠ ਕੇ ਚਲ ਜਾਂਦਾ। ਸੋ ਭਾਵ ਮੂੰਹ ਕਾਲਾ ਭਾਵ ਕੀਤੇ ਮਾੜੇ ਕੰਮ ਸਾਰੇ ਨਾਲ, ਉਹ ਕੀਤੇ ਹੋਏ ਕੰਮਾਂ ਦਾ ਤਾਂ ਚਿਹਰੇ 'ਤੇ ਪ੍ਰਭਾਵ ਪਿਆ ਹੋਇਆ। ਉਹ ਸਾਰੇ ਮਾੜੇ ਕਰਮ ਅੱਗੇ ਨੇ, ਚਿਹਰਾ ਐਨ ਕਾਲਾ ਹੋਇਆ ਪਿਆ। ਇਹ ਚਿਹਰਾ ਸਾਫ਼ ਕਰਕੇ ਜਾਣਾ ਸੀ, ਉਜਲਾ ਕਰਕੇ ਜਾਣਾ ਸੀ, ਪਰ ਸੇਵਾ ਕੀਤੀ ਨਹੀਂ, ਬਾਣੀ ਨਹੀਂ ਪੜ੍ਹੀ, ਸਿਮਰਨ ਨਹੀਂ ਕੀਤਾ, ਮਨੁੱਖਾ ਜਨਮ ਇੰਝੇ ਨਿਕਲ ਗਿਆ। ਮੂੰਹ ਧੋ ਨਹੀਂ ਹੋਇਆ, ਮੂੰਹ ਉਜਲਾ ਨਹੀਂ ਹੋਇਆ, ਕਾਲੇ ਦਾ ਕਾਲਾ ਰਹਿ ਗਿਆ। ਮਾੜੇ ਕਰਮ ਜਿਹੜੇ ਉਹ ਨਹੀਂ ਇਹਦੇ ਕੋਲੋਂ ਧੋ ਹੋਏ। ਕਾਲਾ ਮੂੰਹ ਲੈ ਕੇ ਉੱਠ ਕੇ ਇਹ ਇੱਥੋਂ ਚਲਾ ਪਿਆ। ਨਾਨਕ ਬਿਨ ਸਤਿਗੁਰ ਸੇਵੇ, ਜੰਪੁਰ ਬੱਧੇ ਮਾਰੀਐ। ਜੰਮ ਇਹਨਾਂ ਲਿਹਾਜ਼ ਨਹੀਂ ਕਰਦੇ, ਬੰਨ੍ਹ ਕੇ ਮਾਰਦੇ ਆ। ਹੱਥ ਪੈਰ ਬੰਨ੍ਹ ਲੈਣੇ, ਬੰਨ੍ਹ ਕੇ ਕੁੱਟਦੇ ਨੇ, ਜਿੰਨੀ ਸਜ਼ਾ ਬੰਨ੍ਹ ਕੇ ਦਿੰਦੇ ਨੇ। ਮੂੰਹ ਕਾਲਾ ਉੱਠ ਜਾਏ। ਕਾਲੇ ਮੂੰਹ ਵਾਲੇ ਜਿਹੜੇ ਜਾਮ ਨੇ, ਉਹਨਾਂ ਦੇ ਨਾਲ ਫਿਰ ਉੱਠ ਕੇ ਜਾਣਾ ਪੈਂਦਾ। ਡਰਾਉਣੀਆਂ ਸ਼ਕਲਾਂ ਵਾਲੇ, ਉਹਨਾਂ ਤੋਂ ਭੈ ਖਾਂਦਾ, ਡਰਦਾ, ਪਰ ਨਾਲ ਉੱਠ ਕੇ ਜਾਣਾ ਪੈਂਦਾ। ਕਿਉਂ? ਅਗਰ ਨਹੀਂ ਗੱਲ ਉਹਨਾਂ ਦੀ ਮੰਨਦਾ ਤਾਂ ਮਾਰਦੇ ਨੇ, ਕੁੱਟਦੇ ਨੇ। ਜੇ ਚੁੱਪ ਕਰਕੇ ਤੁਰ ਪੈਂਦਾ ਫਿਰ ਉਹਨੂੰ ਕੁਝ ਨਹੀਂ ਕਹਿੰਦੇ। ਸੋ ਇੱਥੋਂ ਫਿਰ ਜਮਾਂ ਦੇ ਨਾਲ ਇਹਨੂੰ ਉੱਠ ਕੇ ਜਾਣਾ ਪੈਂਦਾ। ਮਹੱਲਾ ਤੀਜਾ। ਇੱਕ ਸਤਿਗੁਰ ਕੀ ਸੇਵਾ ਕਰੈ ਚਾਕਰੀ, ਹਰ ਨਾਮੇ ਲੱਗਾ ਪਿਆਰ। ਇੱਕ ਉਹ ਨੇ ਜਿਹੜੇ ਹਰ ਵਕਤ ਗੁਰੂ ਦੀ ਸੇਵਾ ਚਾਕਰੀ ਕਰਦੇ ਨੇ। ਸੇਵਾ ਚਾਕਰੀ ਕਿਉਂ ਕਰਦੇ ਨੇ? ਨਾਮ ਦੇ ਨਾਲ ਪਿਆਰ ਲੱਗਿਆ ਹੋਇਆ ਵੀ ਗੁਰੂ ਦੀ ਸੇਵਾ ਕਰਾਂਗੇ, ਚਾਕਰੀ ਕਰਾਂਗੇ, ਗੁਰੂ ਸਾਨੂੰ ਨਾਮ ਦੇਵੇਗਾ। ਸੋ ਇਸੇ ਕਰਕੇ ਉਹ ਸੇਵਾ ਕਰਦੇ ਆ, ਹੱਥ ਜੋੜ ਕੇ ਖੜ੍ਹੇ ਰਹਿੰਦੇ ਆ। ਮਹਾਰਾਜ ਕੀ ਹੁਕਮ ਦਿੰਦੇ ਆ ਅਤੇ ਮਹਾਰਾਜ ਦਾ ਹੁਕਮ ਸਿਰ ਮੱਥੇ 'ਤੇ ਮੰਨਣਾ। ਜਿਹੜਾ ਵੀ ਸਿੱਖ ਉਹਦੀ ਸੇਵਾ ਕਰਦਾ, ਚਾਕਰੀ ਕਰਦਾ, ਉਸੇ ਦਾ ਹੀ ਨਾਮ ਦੇ ਨਾਲ ਪਿਆਰ ਲੱਗਦਾ, ਉਸੇ ਨੂੰ ਹੀ ਨਾਮ ਮਿਲਦਾ।
ਨਾਨਕ ਜਨਮ ਸਵਾਰਨ ਆਪਣਾ, ਕੁਲ ਕਾ ਕਰਨੇ ਉਧਾਰ। ਜਿਨ੍ਹਾਂ ਦਾ ਨਾਮ ਦੇ ਨਾਲ ਪਿਆਰ ਪੈ ਜਾਂਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਣਾ ਜਨਮ ਸਵਾਰ ਲੈਂਦੇ ਨੇ। ਇਕੱਲਾ ਜਨਮ ਹੀ ਨਹੀਂ ਸਵਾਰਦੇ, ਆਪਣੀ ਸਾਰੀ ਕੁੱਲ ਦਾ ਉਹ ਉਧਾਰ ਕਰ ਲੈਂਦੇ ਨੇ। ਜਿਹੜੇ ਭਗਤ ਹੁੰਦੇ ਨੇ, ਭਗਤਾਂ ਦੀਆਂ ਸਾਰੀਆਂ ਕੁੱਲਾਂ ਦਾ ਉਧਾਰ ਹੋ ਜਾਂਦਾ। ਨਾਮ ਨੂੰ ਜਪਣੇ ਵਾਲੇ, ਬਲਕਿ ਉਹਨਾਂ ਜਿਹੜੇ ਸੰਗੀ ਸਾਥੀ ਨੇ, ਮਹਾਰਾਜ ਦੀ ਬਾਣੀ 'ਤੇ ਇਹ ਵੀ ਲਿਖਿਆ, ਸੰਗੀ ਸਾਥੀ ਸਗਲ ਤਰਾਈ। ਇੱਥੋਂ ਤੱਕ ਭਗਤ ਦੇ ਕੋਈ ਦਰਸ਼ਨ ਪਾਪੀ ਵੀ ਕਰ ਲਵੇ, ਸੱਚੇ ਪਾਤਸ਼ਾਹ ਕਹਿੰਦੇ ਉਸ ਕੇ ਮੂੰਹ ਡਿੱਠੇ ਸਭ ਪਾਪੀ ਤਰਿਆ। ਕਹਿੰਦੇ ਪਾਪੀਆਂ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ। ਪੌੜੀ ਆਪੇ ਚਾਟ ਸਾਲ ਆਪ ਹੈ ਪਾਦਾ, ਆਪੇ ਚਾਟੜੇ ਪੜਨ ਕਉ ਆਣੇ। ਚਾਟ ਸਾਲ ਜਿੱਥੇ ਸਿੱਖਿਆ ਦਿੱਤੀ ਜਾਵੇ, ਸਕੂਲ ਪਾਠਸ਼ਾਲਾ, ਅਤੇ ਉਹ ਆਪ ਹੀ ਚਾਟਸਾਲ ਹੈ। ਆਪ ਹੀ ਉਹ ਸਥਾਨ ਹੈ ਜਿੱਥੇ ਸਿੱਖਿਆ ਦਿੱਤੀ ਜਾਂਦੀ ਹੈ। ਆਪ ਹੈ ਪਾਧਾ। ਪਾਧਾ ਟੀਚਰ ਨੂੰ ਕਹਿੰਦੇ ਨੇ, ਪੜ੍ਹਾਉਣੇ ਵਾਲਾ। ਸੋ ਇਸ ਚਾਟਸਾਲ ਦੇ ਵਿੱਚ ਉਹ ਪੜ੍ਹਾਉਣੇ ਵਾਲਾ ਵੀ ਆਪ ਹੈ। ਆਪੇ ਚਾਟੜੇ ਪੜ੍ਹਨ ਕਉ ਆਣੇ। ਅਤੇ ਆਪ ਹੀ ਜਿਹੜੇ ਚਾਟੜੇ ਸਿੱਖਿਆਰਥੀ ਵਿਦਿਆਰਥੀ ਪੜ੍ਹਨ ਵਾਸਤੇ ਆ ਰਹੇ ਨੇ, ਉਹ ਆਪ ਹੀ ਉਹਨਾਂ ਦੇ ਵਿੱਚ ਬੈਠ ਕੇ ਉਹਨਾਂ ਨੂੰ ਪ੍ਰੇਰਦਾ ਵੀ ਸਿੱਖ ਲਓ। ਜਿਹੜੀ ਗੁਰਮਤਿ ਹੈ, ਗੁਰਮਤਿ ਦੀ ਪੜ੍ਹਾਈ ਜਿਹੜੀ ਹੈ, ਇਹ ਗੁਰੂ ਘਰ ਵਿੱਚ ਹੁੰਦੀ ਹੈ, ਉੱਥੇ ਆਪ ਵਰਤਦਾ। ਹੁਣ ਅਕਾਲ ਪੁਰਖ ਚਾਹੁੰਦਾ ਵੀ ਇਹ ਜਿਹੜੀ ਗੁਰਮਤਿ ਦੀ ਪੜ੍ਹਾਈ ਹੈ, ਜਿਹੜਾ ਵੀ ਗੁਰੂ ਘਰ ਵਿੱਚ ਆਵੇ ਉਹਨੂੰ ਗੁਰਮਤਿ ਦੀ ਪੜ੍ਹਾਈ ਆਉਣੀ ਚਾਹੀਦੀ ਹੈ, ਗੁਰੂ ਦੀ ਮੱਤ ਆਉਣੀ ਚਾਹੀਦੀ ਹੈ। ਸੋ ਇਸ ਕਰਕੇ ਆਪ ਹੈ ਪਾਧਾ। ਗੁਰੂ ਦੀ ਮੱਤ ਦੀ ਸਿੱਖਿਆ ਦੇਣੇ ਵਾਲਾ ਵੀ ਉਹ ਆਪ ਹੀ ਹੁੰਦਾ ਹੈ। ਆਪੇ ਚਾਟੜੇ ਪੜ੍ਹਨ ਕਉ ਆਣੇ। ਜਿਨ੍ਹਾਂ ਦੇ ਮਨਾਂ ਵਿੱਚ ਗੁਰੂ ਦੀ ਮੱਤ ਲੈਣ ਦੀ ਚਾਹਤ ਲੱਗਦੀ ਹੈ, ਅਤੇ ਉਹਨਾਂ ਦੇ ਮਨਾਂ ਵਿੱਚ ਚਾਹਤ ਕੌਣ ਪੈਦਾ ਕਰਦਾ? ਪਰਮਾਤਮਾ। ਉਹੀ ਚਾਹਤ ਪੈਦਾ ਕਰਦਾ। ਜਦੋਂ ਮਨ ਵਿੱਚ ਚਾਹਤ ਪੈਦਾ ਹੋਵੇ ਅਤੇ ਫਿਰ ਹੀ ਇਹ ਆਪਣੀ ਮੱਤ ਤਿਆਗਣ ਵਾਸਤੇ ਤਿਆਰ ਹੁੰਦਾ ਵੀ ਗੁਰੂ ਦੀ ਮੱਤ ਉਹਨਾਂ ਚਿਕਰ ਆਉਣੀ ਨਹੀਂ ਜਿੰਨਾ ਚਿਕਰ ਮੈਂ ਆਪਣੀ ਮੱਤ ਤਿਆਗਦਾ ਨਹੀਂ ਹੈ। ਹਰ ਕੋਈ ਬੰਦਾ ਆਪੋ ਆਪਣੀ ਮੱਤ ਨੂੰ ਵੱਡਾ ਸਮਝਦਾ, ਮੇਰੀ ਅਕਲ ਵੱਡੀ, ਮੇਰੀ ਮੱਤ ਵੱਡੀ ਹੈ। ਸਤਿਗੁਰੂ ਜੀ ਕਹਿੰਦੇ ਨੇ, ਕਹਿੰਦੇ ਵੀ ਤੈਨੂੰ ਗੁਰੂ ਦੀ ਮੱਤ ਤਾਂ ਆਉਣੀ ਹੈ ਜੇ ਤੂੰ ਆਪਣੀ ਮੱਤ ਨੂੰ ਛੋਟਾ ਜਾਣੇਗਾ। ਜੇ ਤੂੰ ਆਖੇਗਾ ਕਿ ਤੂੰ ਵੱਡਾ ਹੈ ਅਤੇ ਮੇਰੀ ਮੱਤ ਥੋੜ੍ਹੀ ਹੈ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜ੍ਹੀ ਰਾਮ। ਜਦੋਂ ਆਪਣੇ ਆਪ ਨੂੰ ਇਹ ਅਹਿਸਾਸ ਹੋ ਜਾਵੇ ਕਿ ਮੇਰੀ ਮੱਤ ਥੋੜ੍ਹੀ ਹੈ, ਅਤੇ ਫਿਰ ਇਹੋ ਗੁਰੂ ਦੇ ਸਿੱਖਾਂ ਦੇ ਨਾਲ ਵੀ ਸੋ ਜਿਹੜਾ ਵਿਹਾਰ ਕਰਦਾ ਉਹ ਦਾਸਾਂ ਵਾਲਾ ਕਰਦਾ, ਗੁਰੂ ਦੇ ਸਿੱਖਾਂ ਦਾ ਮਾਣ ਸਤਿਕਾਰ ਕਰਦਾ ਵੀ ਨਹੀਂ ਵੀ ਮੇਰੀ ਮੱਤ ਤਾਂ ਥੋੜ੍ਹੀ ਹੈ, ਤੁਸੀਂ ਜ਼ਿਆਦਾ ਜਾਣਦੇ, ਤੁਹਾਨੂੰ ਜ਼ਿਆਦਾ ਪਤਾ। ਹੁਣ ਜਿਹੜਾ ਆਪਣੀ ਮੱਤ ਨੂੰ ਥੋੜ੍ਹੀ ਜਾਣਦਾ ਨਹੀਂ ਹੈ ਅਤੇ ਉਹ ਫਿਰ ਕਿੱਥੇ ਇਹ ਗੱਲ ਮੰਨਦਾ ਜੀ? ਉਹ ਤਾਂ ਕਹਿੰਦਾ ਵੀ ਨਹੀਂ, ਜੋ ਮੈਂ ਕਹਿੰਦਾ ਉਹੀ ਉਹ ਸੱਤ ਹੈ। ਸੋ ਜਿਨ੍ਹਾਂ ਦੇ ਅੰਦਰ ਗੁਰਮਤਿ ਦੀ ਸਿੱਖਿਆ ਲੈਣ ਦੀ ਚਾਹਤ ਪੈਦਾ ਹੁੰਦੀ ਹੈ, ਉਹ ਚਾਹਤ ਵੀ ਤੂੰ ਆਪ ਹੀ ਪੈਦਾ ਕਰਦਾ ਹੈ। ਆਪੇ ਪਿਤਾ ਮਾਤਾ ਹੈ, ਆਪੇ ਆਪੇ ਬਾਲਕ ਕਰੇ ਸਿਆਣੇ। ਹੇ ਸਤਿਗੁਰੂ, ਹੇ ਪਰਮੇਸ਼ਰ, ਤੂੰ ਆਪ ਹੀ ਪਿਤਾ ਹੈ, ਆਪ ਹੀ ਤੂੰ ਮਾਤਾ ਹੈ। ਆਪ ਹੀ ਪਿਤਾ ਹੋ ਕੇ ਪਾਲਣਾ ਕਰ ਰਿਹਾ ਹੈ, ਆਪ ਹੀ ਮਾਤਾ ਹੋ ਕੇ ਜਨਮ ਦੇ ਰਿਹਾ ਹੈ। ਆਪੇ ਬਾਲਕ ਕਰੇ ਸਿਆਣੇ। ਆਪ ਹੀ ਤੂੰ ਬੱਚਿਆਂ ਨੂੰ ਸਿਆਣੇ ਬਣਾ ਦਿੰਦਾ। ਹੁਣ ਜਿਹੜਾ ਗੁਰਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ, ਮਹਾਰਾਜ ਅਸੀਂ ਬੱਚੇ ਹਾਂ ਤੇਰੇ, ਬੇਸਮਝ, ਅਸੀਂ ਬਾਲਕ ਇਆਣੇ ਹੈ ਤੇਰੇ ਹੈ, ਬੇਸਮਝ ਹੈ, ਸਾਨੂੰ ਗੁਰਮਤਿ ਦੀ ਸਿੱਖਿਆ ਦੀ ਸੋਝੀ ਨਹੀਂ ਹੈ ਜੋ ਗੁਰਬਾਣੀ ਦੇ ਵਿੱਚ ਹੈ। ਅਤੇ ਜਦੋਂ ਇੰਝ ਕਹਿੰਦਾ ਅਤੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਹੀ ਇਆਣੇ ਬਾਲਕ ਨੂੰ ਗੁਰਮਤਿ ਦੀ ਸਿੱਖਿਆ ਦੇ ਕੇ, ਭਾਵ ਗੁਰਬਾਣੀ ਦੀ ਸਿੱਖਿਆ ਦੇ ਕੇ ਇਸ ਨੂੰ ਇਆਣੇ ਤੋਂ ਸਮਝਦਾਰ ਬਣਾ ਦਿੰਦਾ, ਉਹਨੂੰ ਸਿਆਣਾ ਬਣਾ ਦਿੰਦਾ। ਇੱਕ ਥੈ ਪੜ੍ਹ ਬੁੱਝੈ ਸਭ ਆਪੇ,
ਇੱਕ ਥੈ ਆਪੇ ਕਰੇ ਇਆਣੇ। ਹੁਣ ਗੁਰਬਾਣੀ ਨੂੰ ਪੜ੍ਹ ਕੇ ਇੱਦਾਂ ਥੋੜ੍ਹੀ ਸਾਰਿਆਂ ਨੂੰ ਸਮਝ ਪੈ ਜਾਂਦੀ ਹੈ। ਗੁਰਬਾਣੀ ਨੂੰ ਪੜ੍ਹ ਕੇ ਸਮਝਣਾ ਬੜੀ ਵੱਡੀ ਗੱਲ ਹੈ। ਹੁਣ ਪਾਤਸ਼ਾਹ ਕਹਿੰਦੇ ਇੱਕ ਥੈ ਪੜ੍ਹ ਬੁੱਝੈ ਸਭ ਆਪੇ। ਪੜ੍ਹਨੇ ਵਾਲੇ ਬੜੇ ਨੇ, ਬੁੱਝਣੇ ਵਾਲੇ ਘੱਟ ਨੇ। ਇਕਨਾਂ ਵਿੱਚ ਤੂੰ ਆਪ ਬੈਠ ਕੇ ਬਾਣੀ ਨੂੰ ਬੁੱਝਦਾ ਸਮਝਦਾ, ਅਤੇ ਇਕਨਾਂ ਵਿੱਚ ਤੂੰ ਆਪ ਹੀ ਬੈਠ ਕੇ ਇਆਣਾ ਬਣਾ ਦਿੰਦਾ। ਉਹ ਨਿਤਨੇਮ ਕਰਦਾ, ਪਾਠ ਕਰਦਾ, ਅਤੇ ਪਰ ਉਹਨੂੰ ਬਾਣੀ ਦੀ ਸਮਝ ਕੋਈ ਨਹੀਂ ਹੈ। ਬਾਣੀ 'ਚ ਕੀ ਲਿਖਿਆ ਸੇ ਤਾਂ ਗੁਰੂ ਰਾਮਦਾਸ ਜੀ ਨੇ ਬਚਨ ਕੀਤੇ, ਕਿਤੇ ਸਾਡੇ ਮਨਾਂ 'ਚ ਇਹ ਹਉਮੈ ਨਾ ਆ ਜਾਵੇ, ਲੈ ਵੀ ਮੈਨੂੰ ਬਾਣੀ ਦੀ ਸੋਝੀ ਹੈ, ਮੈਨੂੰ ਬਾਣੀ ਦਾ ਪਤਾ ਆ। ਜੇ ਬਾਣੀ ਦੀ ਤੈਨੂੰ ਸੋਝੀ ਹੈ, ਉਹ ਤੇਰੇ ਅੰਦਰ ਬੈਠਾ ਅਤੇ ਤੈਨੂੰ ਤਾਂ ਬਾਣੀ ਦੀ ਸੋਝੀ ਆਈ ਹੈ। ਜੇ ਤੇਰੇ ਅੰਦਰ ਉਹ ਨਾ ਬੈਠਦਾ, ਤੈਨੂੰ ਬਾਣੀ ਦੀ ਸੋਝੀ ਕਿਵੇਂ ਆ ਜਾਂਦੀ? ਹੁਣ ਜਿਨ੍ਹਾਂ ਨੂੰ ਬਾਣੀ ਦੀ ਸੋਝੀ ਨਹੀਂ ਹੈ, ਉਹਨਾਂ ਨੂੰ ਆਪ ਹੀ ਉਹਨਾਂ ਨੇ ਗੁਰਮਤਿ ਤੋਂ ਬੇਸਮਝ ਕੀਤਾ ਹੋਇਆ। ਉਹ ਇਸੇ ਕਰਕੇ ਗੁਰਮਤਿ ਤੋਂ ਇਆਣੇ ਕੀਤੇ ਹੋਏ ਨੇ, ਉਹ ਇਸੇ ਕਰਕੇ ਗੁਰਮਤਿ ਤੋਂ ਬੇਸਮਝ ਨੇ। ਉਹਨਾਂ ਨੂੰ ਗੁਰਮਤਿ ਦੀ ਸੋਝੀ ਨਹੀਂ ਹੈ। ਪਾਠ ਕਰਦੇ ਨੇ, ਨਿਤਨੇਮ ਆਪਣਾ ਕਰਦੇ ਨੇ, ਉਹ ਕਾਹਦੇ ਵਾਸਤੇ? ਉਹਨਾਂ ਨੂੰ ਬੇਸਮਝ ਕਿਉਂ ਰੱਖਿਆ? ਵੀ ਉਹਨਾਂ ਨੂੰ ਗੁਰਬਾਣੀ ਦੀ ਕਿਉਂ ਨਹੀਂ ਸੋਝੀ ਦਿੱਤੀ? ਸੋ ਇਸੇ ਕਰਕੇ ਭਾਈ ਤੇਰੀ ਸੇਵਾ ਉਸਨੇ ਕਰਾਉਣੀ ਨਾ, ਵੀ ਤੂੰ ਇਹ ਸੇਵਾ ਕਰ। ਜਿਨ੍ਹਾਂ ਨੂੰ ਗੁਰਬਾਣੀ ਦੀ ਸੋਝੀ ਦਿੱਤੀ ਨਾ ਮਹਾਰਾਜ ਨੇ, ਉਹਨਾਂ ਦੀ ਇਹ ਡਿਊਟੀ ਲਾਤੀ ਹੋਈ ਆ ਅਕਾਲ ਪੁਰਖ ਨੇ, ਵੀ ਜਿਨ੍ਹਾਂ ਨੂੰ ਗੁਰਬਾਣੀ ਦੀ ਸੋਝੀ ਨਹੀਂ ਆ, ਉਹਨਾਂ ਨੂੰ ਗੁਰਬਾਣੀ ਦੀ ਸੋਝੀ ਦਿਓ, ਉਹਨਾਂ ਨੂੰ ਸਿਆਣੇ ਬਣਾਵੋ। ਹੁਣ ਜਿਸ ਨੂੰ ਸਤਿਗੁਰੂ ਦੀ ਮੱਤ ਨਹੀਂ ਆਉਂਦੀ, ਉਹਨੂੰ ਇਆਣਾ ਕਿਹਾ ਜਾਂਦਾ, ਬੇਸਮਝ ਕਿਹਾ ਜਾਂਦਾ। ਜਿਸ ਨੂੰ ਸਤਿਗੁਰੂ ਜੀ ਦੀ ਮੱਤ ਆ ਜਾਂਦੀ ਹੈ, ਉਹ ਸਮਝਦਾਰ ਹੁੰਦਾ ਹੈ। ਉਹਨੂੰ ਕਹਿ ਸਕਦੇ ਵੀ ਹਾਂ ਇਹ ਪੜ੍ਹਿਆ ਆ। ਜਿਹਨੂੰ ਗੁਰਮਤਿ ਦੀ ਸਮਝ ਨਹੀਂ, ਸੋ ਉਹਨੂੰ ਪੜ੍ਹਿਆ ਨਹੀਂ ਕਿਹਾ ਜਾਂਦਾ ਹੈ। ਪਰਮਾਰਥ ਦੀ ਦੁਨੀਆ ਦੇ ਵਿੱਚ ਜਿਹੜੀ ਗੁਰਮਤਿ ਦੀ ਮੱਤ ਹੈ, ਜੇ ਹੈ ਤਾਂ ਫਿਰ ਤਾਂ ਪੜ੍ਹਿਆ ਲਿਖਿਆ, ਜੇ ਗੁਰਮਤਿ ਦੀ ਮੱਤ ਨਹੀਂ ਹੈ ਤਾਂ ਫਿਰ ਅਨਪੜ੍ਹ ਹੈ। ਸੋ ਇਸ ਕਰਕੇ ਪਾਤਸ਼ਾਹ ਕਹਿੰਦੇ ਭਈ ਜੇ ਕੋਈ ਗੁਰਮਤਿ ਦੀ ਸੋਝੀ ਵਾਲਾ ਨਹੀਂ ਹੈ, ਉਹਨੇ ਆਪ ਹੀ ਉਸ ਨੂੰ ਬਾਣੀ ਦੀ ਮੱਤ ਤੋਂ ਸਮਝ ਤੋਂ ਇਆਣਾ ਕੀਤਾ ਹੋਇਆ ਹੈ। ਜੇ ਤੂੰ ਸਿਆਣਾ ਆ ਤਾਂ ਤੂੰ ਆਪ ਥੋੜ੍ਹੀ ਸਿਆਣਾ ਬਣਿਆ, ਉਹਨੇ ਆਪ ਤੈਨੂੰ ਸਿਆਣਾ ਬਣਾਇਆ ਤੈਨੂੰ ਬਾਣੀ। ਕਿਉਂਕਿ ਧੁਰ ਕੀ ਬਾਣੀ ਉਹ ਆਪ ਸਮਝਾਉਂਦਾ ਤਾਂ ਸਮਝ ਆਉਂਦੀ ਹੈ। ਧੁਰ ਕੀ ਬਾਣੀ ਤਾਂ ਪੜ੍ਹਨੀ ਵੀ ਔਖੀ ਹੈ। ਜੇ ਤੈਨੂੰ ਸਮਝ ਪੈ ਗਈ, ਉਹਨੇ ਆਪ ਤੈਨੂੰ ਸਮਝਾਇਆ, ਅਤੇ ਹੁਣ ਤੂੰ ਗਾਹਾਂ ਸਮਝਾ। ਇੱਕ ਨਾ ਅੰਦਰ ਮਹਿਲ ਬੁਲਾਏ, ਜਾਂ ਆਪ ਤੇਰਾ ਮਨ ਸੱਚੇ ਭਾਣੇ। ਮਹਿਲ ਕੀ ਆ? ਮਹਿਲ ਸੱਚਖੰਡ ਨੂੰ ਕਿਹਾ ਜਾਂਦਾ, ਸਰੂਪ ਨੂੰ ਕਿਹਾ ਜਾਂਦਾ ਹੈ, ਮਹਿਲ ਹਿਰਦੇ ਨੂੰ ਕਿਹਾ ਜਾਂਦਾ ਹੈ। ਹੁਣ ਮਨ ਦੇ ਲੈਵਲ 'ਤੇ ਤਾਂ ਸਾਰਾ ਸੰਸਾਰ ਜਿਉਂਦਾ, ਮਨ ਦੇ ਲੈਵਲ 'ਤੇ ਸਾਰਾ ਸੰਸਾਰ ਜਿਉਂਦਾ। ਮਨ ਤੋਂ ਹਿਰਦੇ ਤੱਕ ਦਾ ਤਾਂ ਕੋਈ ਸਫ਼ਰ ਨਹੀਂ ਹੁੰਦਾ। ਉਹ ਕਾਰਨ ਕੀ ਹੈ? ਇਹ ਬਾਰ-ਬਾਰ ਭੱਜਦਾ ਫਿਰਦਾ, ਸੁੱਖ ਸਾਰੇ ਬਾਹਰੋਂ ਲੱਭਦਾ, ਆਪਣੀ ਹਰ ਇੱਕ ਮੁਸ਼ਕਿਲ ਦਾ ਹੱਲ ਬਾਹਰੋਂ ਲੱਭਦਾ, ਪਿਆਰ ਵੀ ਬਾਹਰਲਿਆਂ ਨਾਲ ਹੀ ਪਾਉਂਦਾ ਹੈ, ਅੰਤਰਮੁਖ ਹੁੰਦਾ ਨਹੀਂ ਹੈ। ਅਗਰ ਅੰਤਰਮੁਖ ਹੋ ਜਾਵੇ ਤਾਂ ਮਨ ਤੋਂ ਹਿਰਦੇ ਦਾ ਸਫ਼ਰ ਕੋਈ ਬਹੁਤਾ ਨਹੀਂ ਹੈ, ਮਨ ਤੋਂ ਹਿਰਦੇ ਦਾ ਸਫ਼ਰ। ਇੱਕ ਨਾ ਅੰਦਰ ਮਹਿਲ ਬੁਲਾਏ, ਜਿਨ੍ਹਾਂ ਦੇ ਮਨਾਂ ਦੇ ਵਿੱਚ ਜਗਿਆਸਾ ਜਾਗ ਗਈ ਹੈ, ਜਿਨ੍ਹਾਂ ਦੇ ਮਨਾਂ ਨੂੰ ਸੋਝੀ ਆ ਗਈ ਹੈ ਵੀ ਮੈਂ ਕਿਉਂ ਭਟਕਾਂ, ਕਾਹਦੇ ਵਾਸਤੇ ਮੇਰੀ ਭਟਕਣਾ, ਮੈਂ ਤਾਂ ਜੋਤ ਦਾ ਰੂਪ ਹੈ, ਮਨ ਤੂੰ ਜੋਤ ਸਰੂਪ ਹੈ, ਵੀ ਮੈਂ ਤਾਂ ਜੋਤ ਰੂਪ ਹੈ, ਮੂਲ ਦਾ ਮੈਂ ਹਿੱਸਾ ਹਾਂ, ਅਤੇ ਮੈਂ ਕਿਉਂ ਬਾਹਰ ਭਟਕਾਂ। ਪਰ ਹੁਣ ਅੰਤਰਮੁਖ ਬਿਰਤੀ ਕਰਨੀ ਨਹੀਂ ਆਉਂਦੀ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਪਰ ਜੇ ਮਨ ਨੂੰ ਸੋਝੀ ਪੈ ਗਈ ਨਾ, ਮਨ ਅੰਦਰੇ ਆਸਾ ਜਾਗ ਗਈ ਹੈ ਕਿ ਮੈਂ ਮੂਲ ਦੇ ਨਾਲ ਜੁੜਨਾ ਹੈ, ਮੇਰਾ ਜਿਹੜਾ ਅਸਲ ਰੂਪ ਹੈ ਉਹ ਮੂਲ ਹੈ, ਅਤੇ ਫਿਰ ਪਰਮਾਤਮਾ ਪਰਮੇਸ਼ਰ ਇਸ ਦੀ ਆਸਾ ਨੂੰ ਪੂਰੀਆਂ ਕਰਦਾ, ਉਹਨੂੰ ਆਪ ਮਹਿਲ ਵਿੱਚ ਬੁਲਾਉਂਦਾ, ਮਨ ਨੂੰ ਆਪ ਹਿਰਦੇ ਦੇ ਵਿੱਚ ਉਹ ਬੁਲਾਉਂਦਾ। ਬਾਂਹ ਫਕੜ ਠਾਕੁਰ ਹਾਂ ਕਿੱਦੀ ਗੁਣਾ ਵਗੁਣ ਨਾ ਪਛਾਣੀ।
ਫਿਰ ਜਦੋਂ ਉਹਨੇ ਆਪ ਮਹਿਲ ਵਿੱਚ ਬੁਲਾ ਲੈਣਾ, ਕਦੀ ਇਹ ਥੋੜ੍ਹੀ ਵੀ ਦੇਖਦਾ ਵੀ ਹਾਂ ਇਹ ਮਨ ਨੇ ਬੜੇ ਭੈੜੇ ਕਰਮ ਕੀਤੇ ਹੋਏ ਨੇ, ਬੜਾ ਮਾੜਾ ਇਹਦਾ ਵਤੀਰਾ ਰਿਹਾ, ਨਹੀਂ ਐਸਾ ਕੁਝ ਨਹੀਂ ਵੇਖਦਾ। ਬਸ ਮਨ ਵਿੱਚ ਆਸਾ ਜਾਗਣ ਦੀ ਢੇਰ ਹੈ। ਜਦੋਂ ਇੱਛਾ ਚਾਹਤ ਪੈਦਾ ਹੋ ਗਈ ਆਪਣੇ ਮੂਲ ਦੇ ਨਾਲ ਜੁੜਨ ਦੀ, ਫਿਰ ਉਹ ਮਨ ਦੀ ਚੰਗਿਆਈ ਬੁਰਿਆਈ ਨਹੀਂ ਜੇ ਦੇਖਦਾ, ਫਿਰ ਉਹਨੂੰ ਸੋ ਮਹਿਲ ਵਿੱਚ ਬੁਲਾ ਲੈਂਦਾ। ਜਾਂ ਆਪ ਤੇਰਾ ਹੈ ਮਨ ਸੱਚੇ ਪਾਣੀ। ਸੋ ਹੇ ਪਰਮਾਤਮਾ ਪਰਮੇਸ਼ਰ, ਜਦੋਂ ਆਪ ਤੂੰ ਜਗਿਆਸੂ ਦੇ ਮਨ ਨੂੰ ਭਾ ਜਾਂਦਾ, ਜਾਂ ਆਪ ਤੇਰਾ ਮਨ ਸੱਚੇ ਭਾਣੇ, ਜਦੋਂ ਮਨ ਨੂੰ ਜਗਿਆਸੂ ਜਿਹੜਾ ਮਨ ਆ, ਮਨ ਵਿੱਚ ਜਗਿਆਸੂ ਜਿਹੜਾ ਆ ਉਹ ਰੱਬ ਨੂੰ ਭਾਉਂਦਾ ਹੈ। ਉਹ ਮੰਨਦਾ ਵੀ ਹਾਂ ਵੀ ਤੂੰ ਸਮਰੱਥ ਵੱਡਾ, ਤੂੰ ਕਰਨ ਕਾਰਨ ਸਮਰੱਥ ਹੈ, ਪੈਦਾ ਕਰਨੇ ਵਾਲਾ ਤੂੰ ਹੈ, ਮਾਰਨੇ ਵਾਲਾ ਤੂੰ ਹੈ, ਦਾਤਾ ਤੂੰ ਹੈ, ਪਾਰ ਉਤਾਰਾ ਕਰਨੇ ਵਾਲਾ ਤੂੰ ਹੈ। ਅਤੇ ਇਹ ਤੋਂ ਕੁਰਬਾਨ ਜਾਂਦਾ, ਭਾਣਾ ਭਾਵ ਉਹਦੇ ਹੁਕਮ ਦੇ ਵਿੱਚ ਆ ਜਾਂਦਾ। ਜਦੋਂ ਉਹਨੂੰ ਭਾ ਜਾਂਦਾ, ਉਹ ਉਹਦੇ ਹੁਕਮ ਦੇ ਵਿੱਚ ਆ ਜਾਂਦਾ, ਫਿਰ ਕੀ ਆ, ਅਕਾਲ ਪੁਰਖ ਆਪ ਹੀ ਉਸਨੂੰ ਸੋ ਅੰਦਰ ਮਹਿਲ ਵਿੱਚ ਬੁਲਾ ਲੈਂਦਾ। ਕਹਿੰਦੇ ਜਿਨਾ ਆਪੇ ਗੁਰਮੁਖ ਦੇ ਵਡਿਆਈ, ਸੇ ਜਨ ਸੱਚੀ ਦਰਗਹਿ ਜਾਣੇ। ਸੱਚੇ ਦੀ ਦਰਗਾਹ ਵਿੱਚ ਤਾਂ ਜਾਣਾ ਹੀ ਬੜਾ ਔਖਾ ਹੈ ਜੀ। ਜਿਨ੍ਹਾਂ ਦੇ ਲੇਖੇ ਹੁੰਦੇ ਨੇ ਉਹ ਸੱਚੇ ਦੀ ਦਰਗਾਹ ਤੱਕਰ ਨਹੀਂ ਪਹੁੰਚਦੇ। ਉਹਨਾਂ ਦਾ ਜਿਹੜਾ ਜਾਣਾ ਉਹ ਧਰਮ ਰਾਜੇ ਤੱਕਰ ਹੁੰਦਾ। ਉੱਥੇ ਉਹਨਾਂ ਦੀ ਕਚਹਿਰੀ ਲੱਗੀ ਹੁੰਦੀ ਧਰਮ ਰਾਜੇ ਦੀ, ਅਤੇ ਉਸੇ ਵਕਤ ਉਹ ਚੰਗਾ ਮਾੜਾ ਦੇਖ ਕੇ ਅਤੇ ਸਜ਼ਾਵਾਂ ਦੇਵ ਕੇ ਆਪਣੇ ਹਿਸਾਬ ਦੇ ਨਾਲ ਜੋ ਉਹਦਾ ਬਣਦਾ ਉਸ ਹਿਸਾਬ ਦੇ ਨਾਲ ਉਹਨੂੰ ਤੋੜ ਦਿੰਦਾ। ਸੋ ਜਿਹੜੇ ਗੁਰੂ ਦੇ ਦੁਆਰਾ ਅਕਾਲ ਪੁਰਖ ਪਰਮਾਤਮਾ ਦੀ ਵਡਿਆਈ ਕਰਦੇ ਨੇ, ਜਿਨ੍ਹਾਂ ਆਪੇ ਗੁਰਮੁਖ ਦੇ ਵਡਿਆਈ, ਅਕਾਲ ਪੁਰਖ ਦੀ ਜੋ ਸਿਫਤ ਸਲਾਹ ਕਰਦੇ ਨੇ, ਜਾਂ ਇੰਝ ਕਹਿ ਲਈਏ ਜਿਨ੍ਹਾਂ ਨੂੰ ਕਰਤੇ ਪੁਰਖ ਨੇ ਆਪ ਵਡਿਆਈ ਦੇਣੀ ਹੁੰਦੀ। ਜਿਹੜੀ ਵਡਿਆਈ ਹੈ ਉਹ ਵੀ ਕਰਤਾ ਪੁਰਖ ਦਿੰਦਾ ਤਾਂ ਵਡਿਆਈ ਮਿਲਦੀ ਹੈ, ਇਸ ਲੋਕ ਦੇ ਵਿੱਚ ਵੀ ਅਤੇ ਪਰਲੋਕ ਦੇ। ਜਿਹੜੀ ਵਡਿਆਈ ਵੀ ਸੱਚੀ ਚਾਹੀਦੀ ਹੈ, ਝੂਠੀ ਨਹੀਂ ਚਾਹੀਦੀ। ਝੂਠੀ ਵਡਿਆਈ ਜਿਹੜੀ ਹੁੰਦੀ ਹੈ ਉਹ ਤਾਂ ਅੱਜ ਵੀ ਹੈ ਨਹੀਂ ਅਤੇ ਕੱਲ੍ਹ ਵੀ ਹੈ ਨਹੀਂ। ਸੋ ਜਦੋਂ ਬੰਦਾ ਆਪਣੀ ਵਡਿਆਈ ਆਪ ਕਰਾਉਂਦਾ ਹੈ ਨਾ, ਅਤੇ ਆਪਣੀ ਵਡਿਆਈ ਕਰਾਉਣ ਵਾਸਤੇ ਉਹ ਬੜਾ ਕੁਝ ਕਰਦਾ, ਬੜੇ ਪਾਪੜ ਵੇਲਦਾ, ਉਹ ਝੂਠੀ ਵਡਿਆਈ ਹੁੰਦੀ ਹੈ। ਜਿਹਦੇ ਪੱਲੇ ਕੁਝ ਹੈ, ਸੱਚ ਹੈ, ਜਿਸ ਦੇ ਕੋਲ ਸੱਚ ਹੈ, ਉਹਨੂੰ ਆਪਣੀ ਵਡਿਆਈ ਕਰਨ ਵਾਸਤੇ ਕੁਝ ਨਹੀਂ ਕਰਨਾ ਪੈਂਦਾ। ਸੋ ਸੰਸਾਰ ਦੇ ਲੋਕ ਨਾਲੇ ਜਿਹੜੇ ਖੁਸ਼ਬੂ ਦੇ ਗਾਹਕ ਹੁੰਦੇ ਨੇ ਭੌਰੇ, ਉਹ ਤਾਂ ਪਹੁੰਚ ਜਾਂਦੇ। ਜਿਹੜੇ ਸੱਚ ਦੇ ਗਾਹਕ ਹੁੰਦੇ ਹੈ ਉਹਨੇ ਪਹੁੰਚਣਾ ਹੁੰਦਾ। ਸੋ ਜਿਹੜੇ ਸੱਚ ਦੇ ਗਾਹਕ ਹੈ ਪਹੁੰਚਦੇ ਨੇ, ਫਿਰ ਵਡਿਆਈ ਵੀ ਕਰਦੇ ਨੇ। ਭਗਤ ਆਪਣੀ ਵਡਿਆਈ ਕਰਾਉਣ ਵਾਸਤੇ ਕੁਝ ਨਹੀਂ ਕਰਦਾ। ਹਾਂ, ਅਕਾਲ ਪੁਰਖ ਪਰਮਾਤਮਾ ਜਿਹੜਾ ਆ ਆਪ ਚਾਹੁੰਦਾ ਵੀ ਹਾਂ ਇਹਦੀ ਵਡਿਆਈ ਹੋਵੇ। ਜਿਨ੍ਹਾਂ ਨੂੰ ਅਕਾਲ ਪੁਰਖ ਪਰਮਾਤਮਾ ਆਪਣੀ ਵਡਿਆਈ ਕਰਾਉਂਦਾ ਹੈ, ਉਹਨਾਂ ਦੀ ਵਡਿਆਈ ਇਸ ਸੰਸਾਰ ਵਿੱਚ ਵੀ ਕਰਾਉਂਦਾ ਅਤੇ ਦਰਗਾਹ ਵਿੱਚ ਵੀ ਕਰਾਉਂਦਾ। ਸੇ ਜਨ ਸੱਚੀ ਦਰਗਹਿ ਜਾਣੇ, ਅਤੇ ਉਹਨਾਂ ਦੀ ਜਾਣ ਪਛਾਣ ਦਰਗਾਹ ਦੇ ਵਿੱਚ ਹੈ। ਉਹਨਾਂ ਦੀ ਕਹੀ ਹੋਈ ਗੱਲ ਦਰਗਾਹ ਵਿੱਚ ਤਦੇ ਮੰਨੀ ਜਾਂਦੀ ਹੈ। ਜਾ ਕਾ ਕਹਿਆ ਦਰਗਹਿ ਚੱਲੈ, ਜਿਨ੍ਹਾਂ ਦੀ ਦਰਗਾਹ ਵਿੱਚ ਚੱਲਦੀ ਹੈ, ਜਿਨ੍ਹਾਂ ਦੀ ਜਾਣ ਪਛਾਣ ਹੈ ਉਹਨਾਂ ਦੀ ਦਰਗਾਹ ਵਿੱਚ ਚੱਲੇਗੀ। ਜਿਨ੍ਹਾਂ ਦੀ ਜਾਣ ਪਛਾਣ ਹੀ ਕੋਈ ਨਹੀਂ, ਉਹਨਾਂ ਦੀ ਦਰਗਾਹ ਵਿੱਚ ਕੀ ਚੱਲਣੀ ਹੈ। ਸੋ ਇਸ ਕਰਕੇ ਧੰਨ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਭਾਈ ਜਿਸ ਨੂੰ ਵਡਿਆਈ ਉਸਨੇ ਦਿਵਾਉਣੀ ਹੈ ਉਹਨੂੰ ਵਡਿਆਈ ਪ੍ਰਾਪਤ ਹੁੰਦੀ ਹੈ, ਅਤੇ ਉਹ ਹੀ ਜਨ ਸੱਚੇ ਦੀ ਦਰਗਾਹ ਦੇ ਵਿੱਚ ਜਾਣੇ ਜਾਂਦੇ ਨੇ, ਵਡਿਆਏ ਜਾਂਦੇ ਨੇ ਅਤੇ ਦਰਗਾਹ ਦੇ ਵਿੱਚ ਮਾਣ ਪ੍ਰਾਪਤ ਕਰਦੇ ਨੇ। ਮਹਾਰਾਜ ਨੇ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ। ਗੁਰੂ ਕਿਰਪਾ ਕਰੇ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾ ਬਣਾਈਆਂ। ਸ਼ਬਦ ਉਤਾਂ ਗਾਵੋ ਹਰਿ ਕੀ ਰਾਮ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੰਗੀਕਾਰੂ ਕਰੇ ਤੇਰਾ, ਕਾਰ ਸਭ ਸਵਾਰਨਾ। ਸਭਨਾ ਗੱਲਾਂ ਸਮਰਾ ਸੁਆਮੀ, ਸੋਖਿ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇ ਸੋ ਪਾਵੇ,
ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਖਨੇਰੇ। ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀ ਖੜਤੇ ਰਹਿ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਖਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟਾ। ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸਭ ਤਿਤ ਘਰ ਸੁਭਾਗੇ। ਕਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆਂ। ਪੰਚ ਦੂਤ ਦਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ, ਤੁਰ ਜਿਨ ਖਾਓ, ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਅਨਸਣੋ ਬੜ ਭਾਗੀਆਂ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪਨੀਤ ਕਹਿ ਤੇ ਪਵਿੱਤ, ਸਤਿਗੁਰ ਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪਨੀਤ ਕਹਿ ਤੇ ਪਵਿੱਤ, ਸਤਿਗੁਰ ਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸਲੋਕ। ਪਾਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ। ਦਿਵਸ ਰਾਤ ਦੁਇ ਦਾਈ, ਦਾਇਆ ਖੇਲ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨਣੇਖੇ ਦੂਰ। ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖੇ ਜਲੇ। ਕੀਤੀ ਛੁੱਟੀ ਨਾਲ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖੇ ਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ। ਤੂੰ ਮਾਤ ਪਿਤਾ ਹਮ ਬਾਰ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਲੇਰੇ। ਤੁਮਰਾ ਅੰਤ ਉਚਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰੈ, ਸੂਤਰ ਧਾਰੀ ਤੁਮ ਤੇ ਹੋਏ ਆਗਿਆਕਾਰੀ। ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਵਾਹਿਗੁਰੂ। ਅਰਦਾਸ ਸਿੱਖ ਓਂਕਾਰ। ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਭਾਰਤ ਭਗਵਤੀ ਸਿਮਤ ਕਰ ਨਾਮ ਧਿਆਈ, ਰੰਗਤ ਗੁਰ ਕੇ ਅਰਦਾਸ ਰਾਮ ਸਹਾਈ। ਹਰ ਜਨ ਹਰ ਗੋਬਿੰਦ ਨਾਮ ਸਿਮਰੋ, ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਕੀ ਜੈ, ਜਿਸ ਸੱਚੇ ਸਤਿ ਜਾਇ। ਤੇਗ ਬਹਾਦਰ ਸਿਮਰਿਆ ਕਾ ਨਾਮ ਦਾਵਤਾਈ, ਸਭ ਥਾਈ ਸਹਾਈ। ਦਸਵੇਂ ਪਾਤਸ਼ਾਹ ਜੀ ਸ਼੍ਰੀ ਗੁਰੂ ਗੋਬਿੰਦ
ਤੇਰੇ ਪਾਣੀ ਸਰਬੱਤ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਤਵੇ ਚਲਾਇਓ ਪੰਥ ਗੁਰੂ ਮਾਨਿਓ ਗ੍ਰੰਥ ਪ੍ਰਗਟ ਗੁਰਾਂ ਕੀ ਦੇਹ ਉਹ ਸ਼ਬਦ ਮੈਂ ਲੈ ਆਖੀ ਰਹਿ ਨ ਕੋਏ ਬਚੇ ਸ਼ਰਨ ਜੋ ਹੋਏ ਚੜੇ ਸੋ ਤੇਰੇ ਪਾਰ ਗੁਰ ਪਾਰ ਉਤਾਰਨ ਹਾਰ ਕਲਗੀ ਸੋ ਹੈ ਸੀਸ ਗੁਰ ਕਲਗੀ ਧਰ ਜਗਦੀਸ਼ ਕਿਸ ਬਮਲੇਸ਼ ਕੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਜੀ। ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ। ਸੋ ਕਹੂ ਟਲ ਗੁਰ ਸੇਵੀਐ ਅਨਸ ਸਹਿਜ ਸਮਾਏ। ਦਰਸ਼ਨ ਪਰਸੀਐ ਗੁਰੂ ਕਾ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੇ ਨੂਰ ਯਾਰ ਸੋਂ ਕੁਰ ਸੋਂ ਝਟੀਆ। ਤਦ ਡਿਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਆ। ਸਤਿਨਾਮ ਸ੍ਰੀ ਵਾਹਿਗੁਰੂ ਜੀ ਆ। ਸੂਹੀ ਮਹੱਲਾ ਪਹਿਲਾ। ਭਾਂਡਾ ਹੱਛਾ ਸੋਏ ਜੋ ਤਿਸ ਭਾਵਸੀ। ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ। ਭਾਂਡਾ ਹੱਛਾ ਸੋਏ ਜੋ ਤਿਸ ਭਾਵਸੀ। ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ। ਗੁਰੂ ਦੁਆਰੈ ਹੋਏ ਸੋਝੀ ਪਾਏ ਸੀ। ਏਤ ਦੁਆਰੈ ਧੋਏ ਹੱਛਾ ਹੋਏ ਸੀ। ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ। ਮਤ ਕੋ ਜਾਣੈ ਜਾਏ ਅੱਗੇ ਪਾਏ ਸੀ। ਜਿਹੇ ਕਰਮ ਕਮਾਏ ਤਿਹਾ ਹੋਏ ਸੀ। ਅੰਮ੍ਰਿਤ ਹਰਿ ਕਾ ਨਾਉ ਆਪ ਵਰਤਾਏ ਸੀ। ਚੱਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਏ ਸੀ। ਮਾਨਸ ਕਿਆ ਵਿਚਾਰਾ ਤਿਹ ਲੋਕ ਸੁਣਾਏ ਸੀ। ਨਾਨਕ ਆਪ ਨਿਹਾਲ ਸਭ ਕੁਲ ਧਾਰਸੀ। ਨਾਨਕ ਆਪ ਨਿਹਾਲ ਸਭ ਕੁਲ ਧਾਰਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।